सत श्री अकाल दोस्तों, मैं है ਤੁਹਾਡਾ ਗਗਨਦੀਪ ਜੀਡੀ ਤੇ ਮੇਰੇ YouTube ਚੈਨਲ ਜੀਡੀ ਦਾ ਬਲੌਗਰ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਜਿੱਦਾਂ ਕਿ ਸਾਡਾ ਪਿਛਲਾ ਬਲੌਗ ਮਿਊਜ਼ਿਕ ਦੇ ਰਿਲੇਟਡ ਸੀ, ਸੋ ਉਸੇ ਤਰ੍ਹਾਂ ਅੱਜ ਵੀ ਇਸ ਸ਼ਾਮ ਨੂੰ ਰੰਗੀਨ ਕਰਨ ਵਾਸਤੇ ਸਾਡੇ ਨਾਲ ਹਾਜ਼ਰ ਹੋਏ ਨੇ ਲਵ ਸਾਦਿਕ ਜੀ, ਜੋ ਕਿ ਮਿਊਜ਼ਿਕ ਵਿੱਚ ਰੁਚੀ ਰੱਖਦੇ ਨੇ ਤੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਤੇ ਲਵ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਸ਼ੋਅ ਦੇ ਵਿੱਚ ਆਏ। ਸਤਿ ਸ਼੍ਰੀ ਅਕਾਲ, ਸਲਾਮ ਜੀ। ਜੀਡੀ ਦਾ ਬਲੌਗਰ ਵੇਖਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਔਰ ਮੈਂ ਸਪੈਸ਼ਲ ਥੈਂਕਸ ਕਰਦਾ ਗਗਨਦੀਪ ਜੀ, ਜਿਨ੍ਹਾਂ ਨੇ ਕਿ ਆਪਣੇ ਸਟੂਡੀਓ 'ਚ ਬੁਲਾਇਆ ਔਰ ਇੰਨਾ ਪਿਆਰ ਦਿੱਤਾ, ਔਰ ਮੇਰੇ ਚਾਚਾ ਜੀ ਸੈਮਲ ਕਲਿਆਣ ਜੀ, ਜਿਨ੍ਹਾਂ ਦਾ ਮੈਂ ਸ਼ੁਰੂ ਤੋਂ ਹੀ ਮੈਂ ਜਿਨ੍ਹਾਂ ਦੇ ਨਾਲ ਚੱਲਿਆ ਮੈਂ, ਤੇ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਥੈਂਕਸ ਕਰਦਾ। ਸੋ ਲਵ ਜੀ, ਜਿਹੜਾ ਤੁਹਾਡਾ ਮਿਊਜ਼ਿਕ ਦਾ ਸਫ਼ਰ ਹੈ ਇਹ ਕਿਵੇਂ ਸ਼ੁਰੂ ਹੋਇਆ? ਕਿਸੇ ਨੂੰ ਵੇਖ ਕੇ ਜਜ਼ਬਾ ਜਾਗਿਆ ਜਾਂ ਬਾਏ ਬਲੱਡ ਸੀ? ਐਕਚੁਅਲੀ ਜਿਹੜਾ ਮਿਊਜ਼ਿਕ ਦਾ ਸਫ਼ਰ ਹੈ ਮੇਰਾ, ਮੇਰੇ ਫੈਮਿਲੀ ਦੇ ਵਿੱਚ ਹੀ ਮੇਰੇ ਫਾਦਰ ਸਾਹਿਬ ਸ਼੍ਰੀ ਰੂਪ ਸਿੰਘ ਜੀ ਰੂਪਾ ਸਾਹਿਬ ਜੀ, ਸੋ ਉਹਨਾਂ ਤੋਂ ਮੈਨੂੰ ਇਹ ਸੰਗੀਤ ਦੀ ਝਟਕ ਪਈ ਤੇ ਉਹਨਾਂ ਸ਼ੁਰੂ ਤੋਂ ਹੀ ਮਹਿਫਲਾਂ ਦੇ ਵਿੱਚ ਸਤਸੰਗ ਦੇ ਵਿੱਚ ਹਾਰਮੋਨੀਅਮ ਪਲੇ ਕਰਨਾ ਮੈਂ ਜੀ। ਸੋ ਮੈਨੂੰ ਲੱਗਦਾ ਕਿ ਮੈਂ ਜਦੋਂ ਕਿ ਮੈਂ ਸੁਰ ਸੰਭਾਲੀ, ਮੈਂ ਆਪਣੇ ਆਪ ਨੂੰ ਸੁਰਾਂ ਦੇ ਵਿੱਚ ਮਹਿਸੂਸ ਕੀਤਾ, ਹਾਰਮੋਨੀਅਮ ਦੇ ਆਲੇ ਦੁਆਲੇ ਫੈਮਿਲੀ ਦੇ ਵਿੱਚ ਮੈਂ ਕਹਾਂਗੀ ਕਿ ਮੈਨੂੰ ਸੰਗੀਤ ਦਾ। ਸੋ ਮੈਂ ਚਾਹੂੰਗਾ ਤੁਸੀਂ ਸਾਡੇ ਦਰਸ਼ਕਾਂ ਨੂੰ ਕੁਝ ਅੱਛਾ ਜਿਹਾ ਕੋਈ ਇੱਦਾਂ ਦਾ ਸੰਗੀਤ ਸੁਣਾਓ, ਗੀਤ ਸੁਣਾਓ। ਜੀ ਐਕਚੁਅਲੀ ਮੈਂ ਦੱਸਣਾ ਚਾਹੁੰਦਾ ਕਿ ਮੈਂ ਨਿਰੰਕਾਰੀ ਮਿਸ਼ਨ ਨਾਲ ਸੰਬੰਧ ਰੱਖਦਾ ਹਾਂ, ਔਰ ਜਿਹੜੀ ਮੇਰੀ ਇੱਕ ਆਡੀਅנס ਦੇ ਸਾਹਮਣੇ ਜਿੱਦਾਂ ਕਿ ਗਾਉਣ ਦੀ ਮੇਰੀ ਸ਼ੁਰੂਆਤ ਹੈ ਉਸ ਮਿਸ਼ਨ ਦੇ ਜ਼ਰੀਏ ਹੋਈ ਜੀ। ਸਾਡੇ ਨਿਰੰਕਾਰੀ ਤੋਂ ਜੋ ਕਿ ਅਸੀਂ ਸਤਸੰਗ ਵਗੈਰਾ 'ਤੇ ਗਾਉਂਦੇ, ਸੋ ਮੈਂ ਇੱਕ ਰੱਬ ਦੀ ਨਾਮ ਤੋਂ ਸ਼ੁਰੂਆਤ ਕਰਾਂਗਾ। वाह जी वाह, बहुत ही सोहना गाया ते बहुत ही अच्छी आवाज़ के मालक। सो लव जी, जिदा कि तुसीं दस्सिया कि जिहड़ी संगीत की बूटी है ये तुहाडे परिवार वालों ही तुहानूं जिहड़ी लगी सी, तुहाडे फादर साहब गाउंदे सी है ना, ते हारमोनीयम भी प्ले करते सी, बट फिर भी बाय प्रोफैशनल जिहड़ी तुसीं संगीत की तालीम है ये कित्थों नहीं सी?
प्रोफेशनली मैं कहूँगा कि मेरी स्टडी के दौरान मेरे गुरु जी ग्रेजुएशन जो मैं की गुरु जी डॉक्टर देशमोहन जी जी। और प्लस टू के भी मैं मेरे गुरु जी हरजीत सिंह जी Okay. उन्होंने तो मैं तालीम हाले भी ले रहे हैं मतलब जी, जी। तालीम हाले भी सीख ही रहे हैं जी 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 ਕਿਹਾ ਜਾਂਦਾ ਹੈ ਕਿ ਜਿਹੜਾ ਸੰਗੀਤ ਹੈ ਤੇ ਇਹਨੂੰ ਉਮਰਾਂ ਲੱਗ ਜਾਂਦੀਆਂ ਸਿੱਖਣ ਨੂੰ ਬਿਲਕੁਲ ਹੈ ਨਾ? ਬਿਲਕੁਲ ਇੱਕ ਦਰਿਆ ਹੈ ਤੇ ਮੈਨੂੰ ਲੱਗਦਾ ਵੀ ਉਹ ਜਿਹੜੀ ਇੱਕ ਕਹਿ ਲਈਏ ਵੀ ਬੂੰਦ ਹੁੰਦੀ ਹੈ ਉਹਦਾ ਕੋਈ ਕਰੋੜਵਾਂ ਹਿੱਸਾ ਜੀ। ਕੋਈ ਇੰਨਾ ਕੀ ਹਲੇ ਉਹ ਵੀ ਜੀ। ਹਲੇ ਸਿੱਖ ਰਹੇ ਆ ਜੀ ਸੋ ਹਰੇਕ ਇਨਸਾਨ ਦਾ ਹਰੇਕ ਸਿੰਗਰ ਦਾ ਇੱਕ ਆਈਡਲ ਹੁੰਦਾ ਹੈ ਜਿਨ੍ਹਾਂ ਨੂੰ ਉਹ ਸੁਣ ਕੇ ਵੱਡੇ ਹੁੰਦੇ ਨੇ ਹੈ ਨਾ ਜੀ। ਹਰੇਕ ਦਾ ਆਪਣਾ ਆਪਣਾ ਇੱਕ ਆਈਡਲ ਹੁੰਦਾ ਹੈ ਤੁਸੀਂ ਕਿਹਨਾਂ ਨੂੰ ਸੁਣਦੇ ਆਏ ਹੋ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਸ਼ੁਰੂ ਤੋਂ ਗਗਨ ਜੀ ਜਿੱਥੇ ਵੀ ਸੁਰ ਦੀ ਗੱਲ ਹੋਈ ਹੈ ਜੀ ਜਿਸ ਵੀ ਇਨਸਾਨ ਕੋਲੇ ਸੁਰ ਹੈ ਜੀ। ਮੇਰੇ ਲਈ ਉਹ ਆਈਡੀਅਲ ਹੈ ਚਾਹੇ ਕੋਈ ਵੀ ਹੈ ਕਿਆ ਬਾਤ। ਪਰ ਫਿਰ ਵੀ ਮੈਂ ਇੱਕ ਹਰੇਕ ਇਨਸਾਨ ਦਾ ਇੱਕ ਟੇਸਟ ਹੁੰਦਾ ਸੁਣਨ ਦਾ ਹੈ ਜੀ। ਹਰੇਕ ਇਨਸਾਨ ਦਾ ਇੱਕ ਨਜ਼ਰੀਆ ਹੁੰਦਾ ਜੀ। ਸੋ ਮੈਂ ਸ਼ੁਰੂ ਤੋਂ ਮਾਸਟਰ ਸਲੀਮ ਜੀ ਕਮਲ ਖਾਨ ਸਾਹਿਬ ਜੀ। ਰੋਹਿਤ ਖਾਨ ਸਾਹਿਬ ਵਡਾਲੀ ਸਾਹਿਬ ਅੱਛੇ ਸੁਰੀਲੇ ਸਿੰਗਰਾਂ ਨੂੰ ਮੈਂ ਹਮੇਸ਼ਾ ਸੁਣਿਆ ਔਰ ਉਹਨਾਂ ਨੂੰ ਸੁਣ ਕੇ ਮੈਂ ਗਾਇਆ ਜੀ ਤੇ ਮੈਂ ਚਾਹੂੰਗਾ ਤੁਸੀਂ ਕੁਝ ਇੱਦਾਂ ਦਾ ਸੁਣਾਓ ਜੋ ਤੁਹਾਡੇ ਸਭ ਤੋਂ ਫੇਵਰਿਟ ਤੁਹਾਡੇ ਸਿੰਗਰ ਨੇ ਮੈਂ ਚਾਹੂੰਗਾ ਤੁਸੀਂ ਕੋਈ ਉਹਨਾਂ ਦਾ ਕਲਾਮ ਕੋਈ ਉਹਨਾਂ ਦਾ ਸੰਗੀਤ ਸਾਨੂੰ ਜੀ ਸੁਣਾਓ ਜੀ ਜੀ ਬਿਲਕੁਲ ਐਕਚੁਅਲੀ ਇੱਕ ਨਾ ਗੀਤ ਆਇਆ ਸੀਗਾ ਕਮਲ ਖਾਨ ਸਾਹਿਬ ਦਾ ਅਮੀ ਜੀ ਬਹੁਤ ਹੀ ਮਕਬੂਲ ਹੋਇਆ ਗਾਣਾ ਉਹ ਜੀ ਬਿਲਕੁਲ ਓ ਬੜਾ ਚਿਰ ਹੋਇਆ ਤੈਨੂੰ ਅੱਲਾ ਕੋਲ ਰਹਿੰਦਿਆਂ ਹੁਣ ਮੇਰੀ ਜ਼ਿੰਦਗੀ ਚ ਮੋੜਨਾ ਏ ਮੈਂ ਹੋ ਬੜਾ ਚਿਰ ਹੋਇਆ ਤੈਨੂੰ ਅੱਲਾ ਕੋਲ ਰਹਿੰਦਿਆਂ ਹੁਣ ਮੇਰੀ ਜ਼ਿੰਦਗੀ ਚ ਮੋੜਨਾ ਏ ਮੈਂ ਓ ਨੀ ਮੇਰੀ ਤੂੰ ਦੱਸ ਕਿਹੜਾ ਤਾਰਾ ਤੈਨੂੰ ਤੋੜਨਾ ਏ ਮੈਂ ਓ ਨੀ ਮੇਰੀ ਤੂੰ ਦੱਸ ਕਿਹੜਾ ਤਾਰਾ ਤੈਨੂੰ ਤੋੜਨਾ ਏ ਮੈਂ ਕੋਈ ਰੀਸ ਨੀ ਠੰਡੀ ਛਾਂ ਦੀ ਜਾਨੀ ਖੈਰ ਮੰਗੇ ਹਰ ਸਾਹ ਦੀ ਜਾਨੀ ਰੱਬ ਵੀ ਪੂਰੀ ਕਰਨੀ ਬਾਇਆ ਕਮੀ ਕਦੇ ਵੀ ਮਾਂ ਦੀ ਜਾਨੀ ਹੋ ਉੱਠ ਗਿਆ ਮੇਰਾ ਤੇ ਯਕੀਨ ਤੇਰੇ ਰੱਬ ਤੋਂ ਰੱਬ ਦਾ ਵੀ ਦਿਲ ਕਦੇ ਤੋੜਨਾ ਏ ਮੈਂ ਓ ਮੀ ਮੇਰੀ ਤੂੰ ਦੱਸ ਕਿਹੜਾ ਤਾਰਾ ਤੈਨੂੰ ਤੋੜਨਾ ਏ ਮੈਂ ਬਹੁਤ ਸ਼ੁਕਰੀਆ ਜੀ ਔਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਮਾਂ-ਬਾਪ ਤੋਂ ਸੱਚਾ ਉਹਨਾਂ ਤੋਂ ਬਿਨਾਂ ਕੋਈ ਦੋਸਤ ਨਹੀਂ ਹੁੰਦਾ ਸੋ ਇੱਕ ਸੁਨੇਹਾ ਵੀ ਕਹਿ ਲਈ ਜਾਂ ਇੱਕ ਮੇਰੀ ਗੁਜ਼ਾਰਿਸ਼ ਹੈ ਕਿ ਆਪਣੇ ਮਾਂ ਦੀ ਆਪਣੇ ਮਾਂ-ਬਾਪ ਜੀ, ਦੀ ਜ਼ਰੂਰ ਰਿਸਪੈਕਟ ਕरें ਜੀ ਬਿਲਕੁਲ ਬਿਲਕੁਲ ਜਿੱਦਾਂ ਕਿ ਤੁਸੀਂ ਆਪਣੇ ਪੇਰੈਂਟਸ ਬਾਰੇ ਦੱਸਿਆ ਸੇ ਸੋ ਮੈਂ ਚਾਹੂੰਗਾ ਵੀ ਤੁਹਾਡੇ ਫਾਦਰ ਸਾਹਿਬ ਵੀ ਸਟੇਜਾਂ ਲਗਾਉਂਦੇ ਸੀ ਤੁਸੀਂ ਦੱਸਿਆ ਮੈਨੂੰ ਹਨਾ ਜੀ ਜੀ ਤੇ ਮੈਂ ਚਾਹੂੰਗਾ ਵੀ ਤੁਸੀਂ ਇਦਾਂ ਦਾ ਕੋਈ Song ਸੁਣਾਓ ਜਿਹੜੇ ਤੁਹਾਡੇ ਫਾਦਰ ਸਾਹਿਬ ਨੂੰ ਬਹੁਤ ਹੀ ਪਸੰਦ ਹੋਵੇ ਹੈ ਜਿਹੜਾ ਹਮੇਸ਼ਾ ਉਹ ਸਟੇਜਾਂ ਦੇ ਉੱਤੇ ਗੁੰਗਣਾਉਂਦੇ ਸੀ ਹੈ ਨਾ ਜੀ ਜੀ ਤੁਸੀਂ ਵੀ ਛੋਟੇ ਹੁੰਦੇ ਇੱਕ ਨਾ ਗਾਣਾ ਇੱਕ ਗੁਰਦੀਪ ਸਿੰਘ ਜੀ ਦਾ ਗਾਣਾ ਜੀ। ਇਸ਼ਕਾਕ ਦਾ ਇਹ ਤੇਰਾ ਕੱਖ ਰਹਿ ਜੀ। ਅਕਸਰ ਮੈਂ ਮੇਰੇ ਫਾਦਰ ਸਾਹਿਬ ਤੋਂ ਸੁਣਦਾ ਰਿਹਾ ਜੀ इश्क आखदा है तेरा कख रहन भी नहीं देना इश्क आखदा है तेरा कख रहन भी नहीं देना कुछ कहन भी नहीं देना ते चुप रहन भी नहीं देना इश्क आखदा है तेरा कख रहन भी नहीं देना वाह जी वाह, बहुत खूब बहुत खूब सो लव जी एक चीज़ मैं पूछना चाहूँगा कि हरेक सिंगर ਦੇ ਲਾਈਫ ਦੇ ਵਿੱਚ ਮਿਊਜ਼ਿਕ ਨੂੰ ਲੈ ਕੇ ਜਾਂ ਕਿਸੇ ਵੀ ਲਾਈਨ ਦੇ ਵਿੱਚ ਜਦੋਂ ਉਹ ਜਾਂਦਾ ਹੈ ਤੇ ਉਹਨੂੰ ਬਹੁਤ ਸਾਰੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਤੁਹਾਡੇ ਲਾਈਫ ਦੇ ਵਿੱਚ ਵੀ ਕੋਈ ਇਦਾਂ ਦੀ ਪਰੇਸ਼ਾਨੀ ਬਿਲਕੁਲ ਜੀ ਬਿਲਕੁਲ ਮੁਸ਼ਕਲਾਂ ਦਾ ਮੇਰੇ ਕੋਲ ਮੁਸ਼ਕਲਾਂ ਦਾ ਸਾਹਮਣਾ ਕਰਨਾ ਇਸੇ ਦਾ ਨਾਮ ਜ਼ਿੰਦਗੀ ਹੈ ਜੀ ਜੀ ਸੰਘਰਸ਼ ਦਾ ਨਾਮ ਹੀ ਜ਼ਿੰਦਗੀ ਹੈ ਹਰ ਇਨਸਾਨ ਦੀ ਲਾਈਫ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਮੇਰੇ ਲਾਈਫ ਦੇ ਵਿੱਚ ਵੀ ਬਹੁਤ ਆ ਰਹੀਆਂ
ਹੁਣ ਵੀ ਆ ਰਹੀਆਂ ਨੇ। ਸੋ ਮੈਂ ਸਟੱਡੀ ਦੇ ਦੌਰਾਨ ਵੀ ਮੈਂ ਵਰਕ ਵੀ ਕੀਤਾ, ਜੌਬ ਵੀ ਕੀਤੀ, ਮੈਂ ਸਟੱਡੀ ਦੇ ਦੌਰਾਨ ਵੀ ਕੀਤਾ। ਔਰ ਮੈਂ ਮੇਰੀ ਫੈਮਿਲੀ ਦਾ ਮੇਰੇ ਨਾਲ ਬੜਾ ਸਾਥ ਰਿਹਾ ਜੀ ਕਿ ਉਹਨਾਂ ਦਾ ਮੇਰੇ ਫਾਦਰ ਸਾਹਿਬ ਦਾ, ਮੇਰੇ ਮਦਰ ਨੇ, ਮੇਰੇ ਸਿਸਟਰਸ ਨੇ। ਸੋ ਉਹਨਾਂ ਦਾ ਵੀ ਇਹੀ ਮਤਲਬ ਇੱਕ ਸੁਪਨਾ ਹੈ, ਉਹਨਾਂ ਦੀ ਵੀ ਇਹੀ ਖੁਆਇਸ਼ ਹੈ ਕਿ ਮੈਂ ਮਿਊਜ਼ਿਕ ਲਾਈਨ ਦੇ ਵਿੱਚ ਅੱਗੇ ਜਾਵਾਂ। ਔਰ ਜਿਨ੍ਹਾਂ ਦਾ ਸਾਥ ਇੱਕ ਹੋਰ ਮੇਰੇ ਚਾਚਾ ਜੀ ਸੈਮੂਅਲ ਕਲਿਆਣ ਜੀ, ਜੋ ਕਿ ਇੱਕ ਰਾਈਟਰ ਵੀ ਨੇ, ਉਹਨਾਂ ਦਾ ਮੇਰੀ ਲਾਈਫ ਦੇ ਵਿੱਚ ਮੈਨੂੰ ਬੜਾ, ਉਹਨਾਂ ਨੇ ਇੱਕ ਹਿਸਾਬ ਦਾ ਕਹਿ ਲਾ ਕਿ ਮੈਂ ਉਹਨਾਂ ਨੂੰ ਹਮੇਸ਼ਾ ਨਾਲ ਉਹ ਮੈਨੂੰ ਲੈ ਕੇ ਚੱਲਦੇ ਗਾਈਡ ਕਰਦੇ ਨੇ। ਜੀ ਜੀ ਬਿਲਕੁਲ ਬਿਲਕੁਲ ਜੀ। ਉਹਨਾਂ ਦਾ ਮੈਂ ਬੜਾ, ਉਹਨਾਂ ਦੇ ਨਾਲ ਹੀ ਮੈਂ ਜ਼ਿੰਦਗੀ ਦੇ ਵਿੱਚ ਬੜਾ ਕੁਝ ਸਿੱਖਿਆ, ਉਹਨਾਂ ਦੇ ਨਾਲ ਰਹਿ ਕੇ, ਉਹਨਾਂ ਦੇ ਨਾਲ ਸੰਗਤ ਕਰਕੇ ਉਹਨਾਂ ਦੀ ਬਹੁਤ ਕੁਝ ਸਿੱਖਿਆ ਉਹਨਾਂ ਨੇ। ਸੋ ਜਿੱਦਾਂ ਅੱਜ ਕੱਲ੍ਹ ਦਾ ਲੋਕਾਂ ਦਾ ਟੇਸਟ ਹੈ ਨਾ, ਜੀ ਚੱਕਵੇਂ ਗਾਣੇ ਆ, ਹੋਰ ਵੀ ਇੱਦਾਂ ਦੇ ਬਹੁਤ ਸਾਰੇ ਗਾਣੇ ਆ ਰਹੇ। ਤੇ ਤੁਸੀਂ ਕਿਹੜੀ ਗਾਇਕੀ ਨੂੰ ਪ੍ਰਮੋਟ ਕਰੋਗੇ? ਤੁਸੀਂ ਕਿੱਦਾਂ ਦੀ ਗਾਇਕੀ ਪਸੰਦ ਕਰਦੇ ਹੋ ਤੇ ਕਿੱਦਾਂ ਦੀ ਗਾਇਕੀ? ਗਾਇਕੀ ਗਗਨ ਜੀ ਇੱਦਾਂ ਜਿੱਦਾਂ ਅੱਜ ਕੱਲ੍ਹ ਜੋ ਅਸੀਂ ਅੱਜ ਸੰਗੀਤ ਸੁਣ ਰਹੇ ਹਾਂ ਜੀ, ਕਾਫੀ ਮਾਰ ਧਾੜ ਹਥਿਆਰਾਂ ਵਾਲਾ ਸ਼ੋਰ ਸ਼ਰਾਬਾ ਬਹੁਤ ਜੀ ਹੈ। ਸੋ ਮੈਂ ਤਾਂ ਇਹੀ ਕਹਾਂਗਾ ਕਿ ਸੁਰੀਲਾ ਸੰਗੀਤ ਸੁਣੋ। ਜੀ, ਠੀਕ ਹੈ, ਜਿਹੜੇ ਲਫ਼ਜ਼ ਨੇ, ਲਫ਼ਜ਼ ਬਹੁਤ ਮਾਇਨੇ ਰੱਖਦੇ ਨੇ। ਜੀ, ਲਫ਼ਜ਼ ਕਿਉਂਕਿ ਸਾਰਾ ਲਫ਼ਜ਼ਾਂ ਦੀ ਗੱਲ ਹੈ। ਜੀ, ਠੀਕ ਹੈ ਜੀ। ਸੋ ਲਫ਼ਜ਼ ਅੱਛੇ ਹੋਣ, ਜੀ, ਉਹਦਾ ਮਿਊਜ਼ਿਕ ਅੱਛਾ ਹੋਵੇ, ਜੀ, ਉਹਨੂੰ ਗਾਉਣ ਵਾਲਾ ਅੱਛਾ ਹੋਵੇ, ਸਿੱਖਿਆ ਹੋਵੇ। ਅਸੀਂ ਵੀ ਸਿੱਖ ਹੀ ਰਹੇ ਹਾਂ, ਸਿੱਖ ਕੇ ਗਾਓ। ਜਿੰਨੇ ਵੀ ਗਾਇਕ ਆ ਰਹੇ ਨੇ ਜਾਂ ਇਸ ਲਾਈਨ ਦੇ ਵਿੱਚ ਸੋਚ ਰਹੇ ਨੇ, ਮੈਂ ਮੇਰੀ ਇਹ ਗੁਜ਼ਾਰਿਸ਼ ਹੈ, ਅਸੀਂ ਵੀ ਸਿੱਖ ਹੀ ਰਹੇ ਹਾਂ। ਔਰ ਜਿੰਨੇ ਵੀ ਹੋਰ ਗਾਇਕ ਆ ਰਹੇ ਨੇ, ਸਿੱਖ ਕੇ ਜ਼ਰੂਰ ਆਓ। ਸੋ ਅੱਜ ਕੱਲ੍ਹ ਆਪਾਂ ਦੇਖ ਹੀ ਰਹੇ ਹਾਂ ਕਿੱਦਾਂ ਦਾ ਸੰਗੀਤ ਆ ਰਿਹਾ ਸਾਹਮਣੇ। ਠੀਕ ਹੈ ਜੀ। ਸੋ ਸੰਗੀਤ ਇੱਕ ਇਬਾਦਤ ਹੈ। ਸੋ ਔਰ ਇਬਾਦਤ ਨੂੰ ਮੇਰੇ ਖਿਆਲ ਵਿੱਚ ਬਿਨਾਂ ਸਿੱਖੇ ਨਹੀਂ ਕਰ ਸਕਦੇ। ਸੋ ਦੋਸਤੋ, ਅਸੀਂ ਸ਼ੋਅ ਦੇ ਅੰਤ ਦੇ ਵਿੱਚ ਪਹੁੰਚ ਗਏ ਹਾਂ ਤੇ ਮੈਂ ਲਵ ਸਾਦਿਕ ਜੀ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਦਰਸ਼ਕਾਂ ਨੂੰ ਇੱਕ ਛੋਟਾ ਜਿਹਾ ਮੈਸੇਜ ਦੇਣ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਤੋਂ ਲੋਕ ਤੱਕ ਸੁਣਾਂਗੇ ਜੀ। ਤੇ ਤੁਸੀਂ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸੰਗੀਤ ਬਾਰੇ? ਗਗਨ ਜੀ, ਮੈਸੇਜ ਤਾਂ ਮੈਂ ਜਿੱਦਾਂ ਪਹਿਲਾਂ ਵੀ ਗੱਲ ਕੀਤੀ ਕਿ ਮੈਸੇਜ ਇਹੀ ਹੈ ਕਿ ਸੁਰ ਨੂੰ ਪ੍ਰਮੋਟ ਕਰੋ, ਅੱਛੇ ਸੰਗੀਤ ਨੂੰ ਸੁਣੋ, ਕਿਉਂਕਿ ਸੰਗੀਤ ਜਿਹਨੂੰ ਇੱਕ ਰੂਹ ਦੀ ਖੁਰਾਕ ਕਿਹਾ ਜਾਂਦਾ ਜੀ। ਠੀਕ ਹੈ ਜੀ, ਰੂਹ ਦੀ ਖੁਰਾਕ। ਔਰ ਜੇਕਰ ਅਸੀਂ ਰੂਹ ਦੀ ਖੁਰਾਕ ਅਸੀਂ ਅੱਛੀ ਖੁਰਾਕ ਨਹੀਂ ਲਵਾਂਗੇ ਤਾਂ ਉਹ ਸਾਡੇ ਮਾਨਸਿਕ ਔਰ ਸਾਡੇ ਸਰੀਰਕ ਤੌਰ ਤੇ ਸਾਨੂੰ ਨੁਕਸਾਨ ਕਰੇਗੀ। ਨੁਕਸਾਨ ਕਰ ਵੀ ਰਹੀ ਹੈ ਸਾਡੀ ਜੋ ਅੱਜ ਦੀ ਜਨਰੇਸ਼ਨ ਹੈ, ਨੌਜਵਾਨ ਜਨਰੇਸ਼ਨ ਹੈ, ਜਾਂ ਜਿਹੜੀ ਅੱਗੇ ਜਨਰੇਸ਼ਨ ਆ ਰਹੀ ਹੈ। ਸਾਡੇ ਸੰਗੀਤ ਦਾ ਇੱਕ ਬਹੁਤ ਅਹਿਮ ਰੋਲ ਹੈ ਉਹਦਾ ਫਿਊਚਰ ਬਣਾਉਣ ਦੇ ਵਿੱਚ। ਸੋ ਅੱਛੇ ਸੰਗੀਤ ਸੁਣੋ, ਅੱਛੇ ਗਾਣੇ ਸੁਣੋ, ਸੁਰ ਨੂੰ ਪ੍ਰਮੋਟ ਕਰੋ, ਸੁਰ ਨੂੰ ਪਿਆਰ ਕਰੋ। ਬਸ ਮੇਰਾ ਇਹੀ ਮੈਸੇਜ ਹੈ ਜੀ। ਸੋ ਆਓ ਸੁਣਦੇ ਹਾਂ ਇਹਨਾਂ ਕੋਲੋਂ ਲੋਕ ਤੱਕ। ਜੀ ਜੀ ਬਿਲਕੁਲ। ਇੱਕ ਸਤਿੰਦਰ ਸਰਤਾਜ ਜੀ ਦਾ ਗਾਣਾ ਬਹੁਤ ਮਕਬੂਲ ਹੈ ਕਿ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਦੇ। ਵਾਹ ਜੀ, ਕੀ ਬਾਤ। ਸੋ ਜਦੋਂ ਸਾਨੂੰ ਲੱਗਦਾ ਹੈ ਕਿ ਅਸੀਂ ਥੋੜੇ ਸੌਖੇ ਹੋ ਗਏ ਹਾਂ ਜੀ, ਸੋ ਦਾਤਾ ਨੇ ਸੁਖਾਲੇ ਕਰਤਾ ਹੈ ਜੀ, ਸੋ ਉਦੋਂ ਚਾਹੀਦਾ ਕਿ ਗਰੀਬ ਦੀ, ਕਿਸੇ ਮਸਕੀਨ ਦੀ ਜ਼ਰੂਰ ਕੋਈ ਉਹਨਾਂ ਦੀ ਮਦਦ ਕੀਤੀ ਜਾਵੇ ਜੀ। ਸੋ ਮੈਂ ਉਹੀ ਕੁਝ ਲੈ ਜੀ। ਅਸੀਂ ਵੀ ਵਿਆਹ ਜੀ ਬਣਾਈ ਹੋਈਆਂ, ਜਿੰਨੀ ਵੀ ਇਲਾਹੀ ਕਮਾਈ ਹੋਈਆਂ, ਗੀਤਾਂ ਦੇ ਭਾਂਡਿਆਂ 'ਚ ਪਾ ਕੇ ਵੰਡਣੀ, ਅੰਬਰੋਂ ਖੁਮਾਰੀ ਜਿਹੜੀ ਆਈ ਹੋਈਆਂ। ਆਜਿਜ਼ਾਂ ਦੇ ਕਾਰਜ ਸਵਾਰੇ ਮੌਲਾ ਨੇ, ਰੰਗ ਫਿਰਦੌਸ ਵਾਲੇ ਮਾਰੇ ਮੌਲਾ ਨੇ, ਹੋ ਲੱਗਦਾ ਫਰਿਸ਼ਤੇ ਵੀ ਸਾਰੇ ਮੌਲਾ ਨੇ, ਜੀ ਖੁਸ਼ ਹੋ ਕੇ ਸਾਡੇ ਹੀ ਦੁਆਲੇ ਕਰਦੇ। ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਦੇ। ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਦੇ। ਜਿਹਨੀ ਹੱਥੀ ਮੰਗੀਆਂ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਣ ਦੇਣ ਵਾਲੇ ਕਰਦੇ। ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਦੇ। ਸਮਝੋ ਕਿ ਦਾਤਾ ਨੇ ਸੁਖਾਲੇ ਕਰਦੇ। ਐਸਾ ਮੂੰਹ ਖੁੱਲਿਆ ਖੜਾਕ ਹੋਇਆ ਨਾ, ਨੂਰ ਦੀਆਂ ਲਾਟਾਂ ਵੱਲ ਝਾਕ ਹੋਇਆ ਨਾ, ਜਦੋਂ ਸਭੇ ਮਾਨ ਸੀ
ਸੋ ਲਵ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ। ਮੈਂ ਸਟੂਡੀਓ ਦੇ ਵਿੱਚ ਆਏ। ਸ਼ੁਕਰਗੁਜ਼ਾਰ ਹਾਂ ਜੀ। ਔਰ ਮੇਰੀ ਰਿਕਵੈਸਟ ਹੈ ਕਿ ਜਿੰਨੇ ਵੀ ਦਾ ਜੀਡੀ ਬਲੌਗਰ ਚੈਨਲ ਦੇਖ ਰਹੇ ਨੇ ਕਿ ਚੈਨਲ ਜ਼ਰੂਰ ਲਾਈਕ ਸ਼ੇਅਰ ਜ਼ਰੂਰ ਕਰੋ ਜੀ ਔਰ ਸਬਸਕ੍ਰਾਈਬ ਜ਼ਰੂਰ ਕਰੋ ਜੀ। ਸੋ ਦੋਸਤੋ ਮੈਂ ਲਾਭ ਸਾਦਿਕ ਜੀ ਦਾ ਇੱਕ ਵਾਰ ਫੇਰ ਦਿਲੋਂ ਧੰਨਵਾਦ ਕਰਦਾ ਤੇ ਉਹਨਾਂ ਦੇ ਨਾਲ ਆਏ ਉਹਨਾਂ ਦੇ ਸਾਥੀ ਅਮੂ ਖਾਨ ਜੀ, ਉਹਨਾਂ ਦੇ ਬਹੁਤ ਬਹੁਤ ਦਿਲੋਂ ਧੰਨਵਾਦ ਜੀ ਸਾਡੇ ਸਟੂਡੀਓ ਵਿੱਚ ਸ਼ਿਰਕਤ ਕੀਤੀ ਹੈ। ਤੇ ਮੈਂ ਗੁਜ਼ਾਰਿਸ਼ ਕਰੂੰਗਾ ਸਾਡਾ ਪ੍ਰੋਗਰਾਮ ਦੇਖਦੇ ਸਰੋਤਿਆਂ ਨੂੰ ਮੇਰੇ ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ ਜੀ।